ਜੀ ਸੁਰਜੀਤ ਸਿੰਘ ਧਮਾਨ ਦਾ ਅੱਜ ਤਾਂ ਸਿੱਧੇ ਹੀ ਹੋ ਗਏ, ਕਹਿੰਦੇ ਜੇਕਰ ਸਿੱਧੂ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਚੋਣ ਲੜਾਂਗਾ, ਜੇਕਰ ਕੈਪਟਨ ਸਾਹਿਬ ਹੁੰਦੇ ਤਾਂ ਮੈਂ ਨਹੀਂ ਚਾਹੁੰਦਾ। ਮੈਂ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦਾ। ਠੀਕ ਆ, ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈਗੀ ਆ, ਬਟ ਕੋਈ ਮਰਿਆਦਾ ਵੀ ਹੁੰਦੀ ਆ ਜਿਹਦੇ ਵਿੱਚ ਸਾਨੂੰ ਰਹਿ ਕੇ ਗਾਂਹ ਤੁਰਨ ਦੀ ਜ਼ਰੂਰਤ ਹੈ। ਅੱਜ ਜਨਰਲ ਸਕੱਤਰ ਬਣ ਗਏ ਤਾਂ ਤੁਸੀਂ ਮਰਿਆਦਾ ਦੀਆਂ ਗੱਲਾਂ ਕਰ ਰਹੇ ਹੋ, ਕਿਤੇ ਨਾ ਕਿਤੇ ਅਹੁਦਾ ਆ ਗਿਆ ਕਿ ਨਾ, ਮੈਂ ਇਸ਼ੂਜ਼ ਦੀ ਰਾਜਨੀਤੀ ਚਾਹੁੰਦਾ ਵੀ ਇਸ਼ੂਜ਼ ਦੀ ਰਾਜਨੀਤੀ ਹੋਵੇ। ਪੰਜਾਬ ਦੇ ਮੁੱਖ ਮੰਤਰੀ ਤਾਂ ਮੰਤਰੀਆਂ ਨੂੰ ਨਹੀਂ ਮਿਲਦੇ ਰਹੇ, ਆਮ ਲੋਕਾਂ ਦੀ ਪਹੁੰਚ ਤਾਂ ਕਿੱਥੇ ਪੈਣੀ ਸੀ। ਫਿਰ ਹੁਣ ਕਿਤੇ ਨਾ ਕਿਤੇ ਲਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕੋਠੀ ਦੇ ਦਿੱਤੀ ਗਈ, ਕਹਿੰਦੇ ਸੁਣਵਾਈ ਕਰਾਂਗੇ। ਹੁਣ ਲੱਗਦਾ ਕਿ ਇਹ ਸਹੀ ਸਮਾਂ ਸੀਗਾ, ਪਹਿਲਾਂ ਬਹੁਤ ਚਿਰ ਪਹਿਲਾਂ ਹੋ ਜਾਣੀ ਚਾਹੀਦੀਆਂ ਸੀ ਚੀਜ਼ਾਂ। ਜਦੋਂ ਜਾਗੋ ਉਦੋਂ ਸਵੇਰਾ, ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ। ਤੁਹਾਡੇ ਕੋਲ ਆਏ ਇਹਦੇ ਵਿੱਚ ਕੰਡਕਟਰ ਵੀ ਨੇ, ਡਰਾਈਵਰ ਵੀ ਨੇ, ਇਹ ਵੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਨੇ, ਕਹਿੰਦੇ ਮੁਫਤ ਸਫ਼ਰ ਦੇਣ ਦੀ ਕੀ ਲੋੜ ਪੈ ਗਈ ਸੀ, ਪੰਜਾਬ ਤਾਂ ਅੱਗੇ ਕਰਜ਼ੇ ਦੇ ਵਿੱਚ ਡੁੱਬਿਆ ਪਿਆ, ਇਹ 'ਤੇ ਵੀ ਸਵਾਲ ਉੱਠ। ਇਹਦੇ 'ਤੇ ਨਾ ਬਹੁਤ ਚੀਜ਼ਾਂ ਦੇ ਰਿਵਿਊ ਕਰਨ ਦੀ ਜ਼ਰੂਰਤ ਹੈ। ਕਾਂਗਰਸ ਦੇ ਵਿੱਚ ਖਾਨਾ ਜੰਗੀ ਲਗਾਤਾਰ ਜਾਰੀ ਹੈ, ਪਰ ਅੱਜ ਧਮਾਨ ਸਾਹਿਬ ਕਹਿੰਦੇ ਨੇ ਕਿ ਸਿੱਧੇ ਹੋ ਗਏ। ਅੱਜ ਧਮਾਨ ਸਾਹਿਬ ਦਾ ਵੱਡਾ ਬਿਆਨ ਆ ਗਿਆ, ਕਹਿੰਦੇ ਮੁੱਖ ਮੰਤਰੀ ਸਿੱਧੂ ਚਿਹਰਾ ਹੋਣੇ ਚਾਹੀਦੇ ਨੇ, ਜੇਕਰ ਕੈਪਟਨ ਸਾਹਿਬ ਹੋਣਗੇ ਤਾਂ ਮੈਂ ਨਹੀਂ ਚੋਣ ਲੜਦਾ। ਗੱਲਬਾਤ ਕਰਾਂਗੇ, ਮੇਰੇ ਨਾਲ ਜਨਰਲ ਸਕੱਤਰ ਪ੍ਰਗਟ ਸਿੰਘ ਜੀ ਮੌਜੂਦ ਨੇ। ਪ੍ਰਗਟ ਸਿੰਘ ਜੀ, ਸੁਰਜੀਤ ਸਿੰਘ ਧਮਾਨ ਦਾ ਅੱਜ ਤਾਂ ਸਿੱਧੇ ਹੀ ਹੋ ਗਏ, ਕਹਿੰਦੇ ਜੇਕਰ ਸਿੱਧੂ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਚੋਣ ਲੜਾਂਗਾ, ਜੇਕਰ ਕੈਪਟਨ ਸਾਹਿਬ ਹੁੰਦੇ ਤਾਂ ਮੈਂ ਨਹੀਂ ਚੋਣ ਲੜਦਾ। ਦੇਖੋ, ਹਜੇ ਤੱਕ ਉਹ ਸਾਡੇ ਚੀਫ ਮਿਨਿਸਟਰ ਹੈਗੇ ਆ। ਦੇਖੋ, ਮੈਂ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦਾ। ਠੀਕ ਆ, ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈਗੀ ਆ, ਬਟ ਕੋਈ ਮਰਿਆਦਾ ਵੀ ਹੁੰਦੀ ਆ ਜਿਹਦੇ ਵਿੱਚ ਸਾਨੂੰ ਰਹਿ ਕੇ ਗਾਂਹ ਤੁਰਨ ਦੀ ਜ਼ਰੂਰਤ ਹੈਗੀ ਆ। ਅੱਜ ਜਨਰਲ ਸਕੱਤਰ ਬਣ ਗਏ ਤਾਂ ਤੁਸੀਂ ਮਰਿਆਦਾ ਦੀਆਂ ਗੱਲਾਂ ਕਰ ਰਹੇ ਹੋ, ਕਿਤੇ ਨਾ ਕਿਤੇ ਅਹੁਦਾ ਆ ਗਿਆ ਕਿ ਨਾ। ਮੈਂ ਦੇਖੋ, ਜਿਹੜੇ ਇਸ਼ੂਜ਼ ਹੈ, ਮੈਂ ਇਸ਼ੂਜ਼ ਦੇ ਉੱਤੇ ਹਮੇਸ਼ਾ ਖੜਦਾ। ਮੈਂ ਕਦੀ ਵੀ ਕਿਸੇ ਚੀਜ਼ ਨਾਲ, ਜਦੋਂ ਤੱਕ ਮੈਂ ਚਿਹਰਿਆਂ ਦੀ ਰਾਜਨੀਤੀ ਨਹੀਂ ਚਾਹੁੰਦਾ, ਮੈਂ ਇਸ਼ੂਜ਼ ਦੀ ਰਾਜਨੀਤੀ ਚਾਹੁੰਦਾ ਵੀ ਇਸ਼ੂਜ਼ ਦੀ ਰਾਜਨੀਤੀ ਹੋਵੇ। ਚਿਹਰੇ ਆਉਂਦੇ ਜਾਂਦੇ ਰਹਿੰਦੇ ਆ, ਸੋ ਉਹਦੇ ਵਿੱਚ ਸਾਡੇ ਜਿਹੜੇ ਇਸ਼ੂਜ਼ ਹੈ ਉਹਨੂੰ ਐਡਰੈਸ ਕਰਕੇ ਅਸੀਂ ਗਾਂਹ ਤੁਰੀਏ। ਤੁਸੀਂ ਲਗਾਤਾਰ ਬੋਲਦੇ ਵੀ ਰਹੇ ਹੋ, ਕਿਉਂਕਿ 4.5 ਸਾਲ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਤਾਂ ਮੰਤਰੀਆਂ ਨੂੰ ਨਹੀਂ ਮਿਲਦੇ ਰਹੇ, ਆਮ ਲੋਕਾਂ ਦੀ ਪਹੁੰਚ ਤਾਂ ਕਿੱਥੇ ਪੈਣੀ ਸੀ। ਫਿਰ ਹੁਣ ਕਿਤੇ ਨਾ ਕਿਤੇ ਲਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕੋਠੀ ਦੇ ਦਿੱਤੀ ਗਈ, ਕਹਿੰਦੇ ਸੁਣਵਾਈ ਕਰਾਂਗੇ। ਹੁਣ ਲੱਗਦਾ ਕਿ ਇਹ ਸਹੀ ਸਮਾਂ ਸੀਗਾ, ਪਹਿਲਾਂ ਬਹੁਤ ਚਿਰ ਪਹਿਲਾਂ ਹੋ ਜਾਣੀ ਚਾਹੀਦੀਆਂ ਸੀ ਚੀਜ਼ਾਂ। ਪਰ ਜਦੋਂ ਜਾਗੋ ਉਦੋਂ ਸਵੇਰਾ, ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ। ਜਦੋਂ ਦਿਨ ਚੜ੍ਹਦਾ ਜੇ ਉਦੋਂ ਹੀ ਅਸੀਂ ਤੁਰ ਪਈਏ ਤਾਂ ਫਿਰ ਵੀ ਕੋਈ ਗੱਲ ਨਹੀਂ ਹੈ। ਕੋਈ ਇੱਦਾਂ ਦੀ, ਮੈਂ ਸਮਝਦਾ ਕਿ ਕਈ ਚੀਜ਼ਾਂ ਚਲੋ ਪਹਿਲਾਂ ਹੋਣੀਆਂ ਚਾਹੀਦੀਆਂ ਸੀ, ਪਰ ਹੁਣ ਵੀ ਹੋ ਗਈਆਂ ਤਾਂ ਠੀਕ ਹੈ। ਹੁਣ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਦੌਰ, ਹੜਤਾਲਾਂ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਵੀ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਸ ਦੇ ਵਿੱਚ ਸੀਗਾ ਕਿ ਜਾਂਦੇ ਜਾਂਦੇ ਸ਼ਾਇਦ ਕੈਪਟਨ ਸਰਕਾਰ ਜਾਂ ਕਾਂਗਰਸ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲੂਗੀ, ਸ਼ਾਇਦ ਪੱਕੇ ਕਰ ਜਾਊਗੀ। ਇਹਨਾਂ ਮੰਗਾਂ ਨੂੰ ਕਿੱਦਾਂ ਦੇਖਦੇ ਹੋ? ਮੰਗ ਪੱਤਰ ਆਇਆ ਅੱਜ ਤੁਹਾਡੇ ਕੋਲ? ਮੇਰੇ ਕੋਲ ਆਇਆ ਹੈਗਾ। ਇਹ ਇੱਕ ਮਹਿਕਮੇ ਦੀ ਗੱਲ ਨਹੀਂ ਹੈ, ਇਹ ਬੜੇ ਮਹਿਕਮਿਆਂ ਦੀ ਗੱਲ ਆ। 2006 ਦੇ ਵਿੱਚ ਸਰਕਾਰ ਨੇ ਆਊਟਸੋਰਸ ਰਾਹੀਂ ਮੁਲਾਜ਼ਮ ਰੱਖਣੇ ਸ਼ੁਰੂ ਕਰ ਲਏ। ਉਹਦਾ ਨੁਕਸਾਨ ਇੱਕ ਤਾਂ ਇਹ ਹੋਇਆ ਵੀ ਇਹਨਾਂ ਬੱਚਿਆਂ ਨੂੰ ਤਨਖਾਹਾਂ ਘੱਟ ਮਿਲੀਆਂ। ਦੂਜਾ ਇਹ ਹੋਇਆ ਵੀ ਜ਼ਿੰਮੇਵਾਰੀ, ਕਿਉਂਕਿ ਜਿਹੜੀ ਇੰਪਲੋਈ ਦੀ ਜ਼ਿੰਮੇਵਾਰੀ ਹੁੰਦੀ ਆ ਉਹਦਾ ਕਈ ਕੁਛ ਮਹਿਕਮੇ 'ਚ ਹੁੰਦਾ, ਉਹਨੂੰ ਪਨਿਸ਼ ਵੀ ਕੀਤਾ ਜਾ ਸਕਦਾ, ਉਹ ਜ਼ਿੰਮੇਵਾਰੀ ਕੰਪੈਰੇਟਿਵਲੀ ਘਟ ਗਈ। ਉਹਦੇ ਨਾਲ ਕਿਤੇ ਨਾ ਕਿਤੇ ਪਰਫਾਰਮੈਂਸ ਦਾ ਫਰਕ ਵੀ ਪਿਆ। ਉਹਦੇ ਨਾਲ ਇਹ ਪਾਈਲ ਅਪ ਹੋਇਆ। ਪਾਈਲ ਅਪ ਅੱਜ ਨਹੀਂ ਹੋਇਆ, ਪਿਛਲੇ 15 ਸਾਲਾਂ ਦਾ ਪਾਈਲ ਅਪ ਹੋਇਆ ਆ। ਸੋ ਇਸ ਕਰਕੇ ਜਿੰਨਾ ਕੁ ਵੀ ਸਾਡੇ ਕੋਲ ਸੋਰਸ ਹੈਗੇ ਆ, ਕਿਉਂਕਿ ਇਹਦੇ ਵਿੱਚ ਸਬ ਕਮੇਟੀ ਬਣੀ ਆ ਬ੍ਰਹਮਿੰਦਰਾ ਜੀ ਦੀ, ਆਪਣੇ ਮਨਪ੍ਰੀਤ ਬਾਦਲ ਹੋਣਾ ਦੀ, ਤੇ ਇੱਕ ਅੱਧਾ ਹੋਰ ਮਿਨਿਸਟਰ ਹੈਗਾ। ਸੋ ਉਹ ਇਹਨੂੰ ਦੇਖ ਕੇ ਵੀ ਸਾਡੇ ਕੋਲ ਕਿੰਨੇ ਕੁ ਸੋਰਸ ਹੈਗੇ ਆ ਔਰ ਕਿਸ ਤਰ੍ਹਾਂ ਕਿਹੜੀ ਕੈਟਾਗਰੀ ਦੇ ਵਿੱਚ ਉਹਨੂੰ ਪੱਕਾ ਕੀਤਾ ਜਾ ਸਕਦਾ, ਉਹਦੇ 'ਤੇ ਉਹ ਵਰਕ ਕਰ ਰਹੇ ਆ ਤਾਂ ਕਿ ਜਿੰਨਿਆਂ ਕੁ ਨੂੰ ਵੀ ਮੈਕਸੀਮਮ ਜਿਹੜਾ ਉਹ ਪੱਕਾ ਕੀਤਾ ਜਾ ਸਕੇ, ਜਿੰਨਿਆਂ ਨੂੰ ਵੀ ਰੈਗੂਲਰਾਈਜ਼ ਕੀਤਾ ਜਾ ਸਕੇ, ਕਮ ਸੇ ਕਮ ਉਨਿਆਂ ਨੂੰ ਤਾਂ ਕੀਤਾ ਜਾ ਸਕੇ। ਫ੍ਰੀ ਬੀਜ਼ ਦੇਣ ਲੱਗ ਪੈਂਦੇ ਆ, ਉਹਦੀ ਆਰਥਿਕਤਾ ਨੂੰ ਕਿਤੇ ਨਾ ਕਿਤੇ ਅਸੀਂ ਕੰਪਰੋਮਾਈਜ਼ ਕਰਨ ਲੱਗ ਪੈਂਦੇ ਆ। ਉਹਦੇ ਕਰਕੇ ਹੀ ਸਾਡਾ ਜਿਹੜਾ ਸਿਸਟਮ ਆ ਹੌਲੀ ਹੌਲੀ ਕਮਜ਼ੋਰੀ ਵੱਲ ਵੱਧ ਰਿਹਾ। ਇਹ ਸਾਨੂੰ ਟਫ ਡਿਸੀਜ਼ਨ ਲੈਣੇ ਪੈਣਗੇ, ਪਰ ਕਿਉਂਕਿ ਡੈਮੋਕ੍ਰੇਸੀ ਆ, ਅਸੀਂ ਕਹਿੰਦੇ ਤੁਹਾਨੂੰ ਆ ਵੀ ਫ੍ਰੀ, ਤੁਹਾਨੂੰ 300 ਯੂਨਿਟ ਬਿਜਲੀ ਵੀ ਫ੍ਰੀ, ਆ ਵੀ ਫ੍ਰੀ, ਆ ਵੀ ਫ੍ਰੀ। ਮੈਂ ਕਹਿੰਦਾ ਜਿੱਥੇ ਬਿਲਕੁਲ ਜ਼ਰੂਰਤ ਆ, ਘੱਟ ਤੋਂ ਘੱਟ
ਜਿੱਥੇ ਬਿਲਕੁਲ ਮੈਂ ਕਹਿੰਦਾ ਉਹ ਗਰੀਬ ਲੋਕ ਜਿਹੜੇ ਬਿਲਕੁਲ ਅਫੋਰਡ ਨਹੀਂ ਕਰਦੇ, ਉੱਥੇ ਤੱਕ ਸਾਨੂੰ ਕਰਨਾ ਚਾਹੀਦਾ, ਉਦੋਂ ਉੱਤੇ ਨਹੀਂ ਕਰਨਾ ਪਲੈਨਿੰਗ 'ਚ ਕਮੀ ਹੈ, ਕਿਤੇ ਨਾ ਕਿਤੇ ਅਨਪਲੈਨਡ ਚੀਜ਼ਾਂ ਹੋ ਜਾਂਦੀਆਂ। ਸਮਝੇ ਨਹੀਂ, ਸਮੇਂ-ਸਮੇਂ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈਗੀ ਆ। ਇਹ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਆਈ ਆ, ਬਹੁਤੇ ਦੇਸ਼ਾਂ 'ਚ ਵੀ ਆਈ ਹੈਗੀ ਆ, ਆਪਾਂ ਵੀ ਉਹਦਾ ਹੀ ਹਿੱਸਾ ਹੈਗੇ ਆ। ਸੋ ਸਮੇਂ-ਸਮੇਂ ਤੇ ਸਰਕਾਰਾਂ ਜਦੋਂ ਡਿਸੀਜਨ ਲੈਂਦੀਆਂ, ਕਈ ਵਾਰੀ ਇਦਾਂ ਦੇ ਪਪੂਲਰ ਡਿਸੀਜਨ ਲੈ ਕੇ, ਲੇਕਿਨ ਉਹਦੀ ਭਰਪਾਈ ਜਿਹੜੀ ਆ ਉਹ ਕਿਤੇ ਨਾ ਕਿਤੇ ਔਖੀ ਹੋ ਜਾਂਦੀ ਆ, ਜਿਹਦਾ ਫਿਰ ਲੰਬੇ ਸਮੇਂ 'ਚ ਸਾਡੇ ਸਿਸਟਮ ਤੇ ਅਸਰ ਪੈਂਦਾ ਔਰ ਸਾਡੇ ਸਿਸਟਮ ਤੇ ਅਸਰ ਪੈ ਰਿਹਾ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਰਕਾਰਾਂ ਵਾਅਦੇ ਵੀ ਇਦਾਂ ਦੇ ਕਰ ਦਿੰਦੀਆਂ ਜਿਹੜੇ ਪੂਰੇ ਕਰਨ ਦੇ ਲਈ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਸੋਚਦੀਆਂ ਨਹੀਂ ਹੈ ਕਿ ਰੋਡ ਮੈਪ ਕੀ ਹੋਣਾ ਚਾਹੀਦਾ, ਇੱਥੇ ਸੁਰਮਾਹੀ ਸੋਚਦੀਆਂ ਨਹੀਂ। ਇਹ ਹੈ ਤਾਂ ਪਾਰਲੀਮੈਂਟ ਦਾ ਕੰਮ ਆ। ਜਿਹੜਾ ਸਾਡਾ ਮੈਨੀਫੈਸਟੋ ਆ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਕਿਸਾਨਾਂ ਨੇ ਵੀ ਇਹੀ ਕਿਹਾ ਹੁੰਦਾ। ਨਹੀਂ, ਮੈਂ ਖੁਦ ਕਹਿੰਦਾ, ਮੈਂ ਜਦੋਂ ਦਾ ਪੋਲਿਟਿਕਸ 'ਚ ਆਇਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੇ ਫੈਗ ਐਂਡ ਦੇ ਵਿੱਚ ਕਿਹਾ ਨਾ ਵੀ ਹਾਂ ਵੀ ਇਹ ਲੀਗਲ ਡਾਕੂਮੈਂਟ। ਮੈਂ ਤਾਂ ਜਿੱਦਣ ਵਿੱਚ ਆਇਆ ਸੀ ਉਦਣ ਹੀ ਚਾਹੁੰਦਾ ਵੀ ਮੇਰੇ ਚਾਹੁਣ ਦੀ ਗੱਲ ਨਹੀਂ ਹੈ, ਲੇਕਿਨ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਪਾਸ ਹੋਣਾ, ਇਹ ਉੱਥੇ ਜਾ ਕੇ ਗੱਲ ਪਹੁੰਚੇ, ਉਹਦੇ ਫਿਰ ਡਿਸਕਸ਼ਨ ਹੋਣ, ਉਹਦੀ ਕੋਈ ਕਮੇਟੀ ਜਿੱਦਾਂ ਸਾਡੀ ਇਲੈਕਸ਼ਨ ਕਮਿਸ਼ਨ ਹੈ, ਕਿਉਂਕਿ ਅਲਟੀਮੇਟਲੀ ਕੋਈ ਅਸੈਸ ਕਰਨ ਲਈ ਬਾਡੀ ਵੀ ਤਾਂ ਬਣੂਗੀ ਨਾ ਵੀ ਇਹਦੀ ਇੰਪਲੀਮੈਂਟੇਸ਼ਨ ਕਿੱਦਾਂ ਹੋਊਗੀ, ਇਹਦਾ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ, ਇਹਦੇ ਤੇ ਅਸਰ ਕੀ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਪਾਰਟੀ ਪੱਧਰ ਤੇ ਵੀ ਪ੍ਰਗਟ ਸਿੰਘ ਜੀ, ਜੇਕਰ ਸਟਾਂਪ ਪੇਪਰ ਨੋਟਰੀ ਕੋ ਟੈਸਟ ਕਰਵਾ ਕੇ ਸ਼ਰਤਾਂ ਦਿੱਤੀਆਂ ਜਾਣ ਤਾਂ ਵੀ ਕਾਨੂੰਨੀ ਦਸਤਾਵੇਜ਼ ਬਣ ਸਕਦਾ ਹੈ। ਨਾ, ਇਹ ਜਿੰਨਾ ਚਿਰ ਪਾਰਲੀਮੈਂਟ ਮੰਨ ਲਓ ਸਪੋਜ਼ ਪਾਰਟੀ ਦੇ ਦਿੰਦੀ ਆ, ਪਰ ਉਹਦੀ ਲੀਗਲੀ ਉਹਦੀ ਅਥੈਂਟੀਕੇਸ਼ਨ ਕਿੱਥੇ ਹੈਗੀ ਆ। ਮੈਂ ਕੱਲ੍ਹ ਨੂੰ ਕਹਿ ਦੇਵਾਂ ਵੀ ਹਾਂ ਵੀ ਆਹ ਪਾਰਲੀਮੈਂਟ ਦੇ ਵਿੱਚ ਆਹ ਕਰਨਾ ਚਾਹੀਦਾ ਤੇ ਮੈਂ ਆਪਣਾ ਦੇ ਦੇਵਾਂ ਇੱਕ ਸਰਟੀਫਿਕੇਟ ਬਣਾ ਕੇ, ਉਹਦਾ ਕੋਈ ਮੁੱਲ ਨਹੀਂ ਹੈ। ਮੁੱਲ ਤਾਂ ਉਸ ਚੀਜ਼ ਦਾ ਹੈਗਾ ਜਿਹੜਾ ਬੇਸਿਕਲੀ ਪਾਰਲੀਮੈਂਟ ਦੇ ਵਿੱਚ ਪਾਸ ਹੋਵੇ। ਦੋ ਮੰਤਰੀਆਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਜਾਂਦੀ ਹੈ, ਕਹਿੰਦੇ ਬਟਾਲੇ ਨੂੰ ਜਿਹੜਾ ਹੈ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ। ਅਲੱਗ ਗੱਲ ਹੈਗੀ ਆ, ਉਹ ਤਾਂ ਦੇਖੋ ਉਹਨਾਂ ਦੇ, ਕਿਉਂਕਿ ਮੈਨੂੰ ਉਹਦੇ ਪਤਾ ਨਹੀਂ ਹੈ ਵੀ ਉਹਦੇ ਰੈਮੀਫਿਕੇਸ਼ਨਸ ਕੀ ਹੈਗੀ। ਉਹ ਤਾਂ ਸਰਕਾਰ ਉਹਨੂੰ ਅਸੈਸ ਕਰੇ, ਜੇ ਬਣਾਉਣਾ ਹੈਗਾ ਤਾਂ ਬਣਾ ਲਵੇ, ਕਿਉਂਕਿ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਿਲ੍ਹੇ ਬਣਾਉਣੇ ਨਹੀਂ ਚਾਹੀਦੇ। ਪ੍ਰਗਟ ਸਿੰਘ ਜੀ, ਮੈਂ ਗੱਲ ਉਧਰ ਨੂੰ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਲੋਕ ਆਸ ਇਹ ਕਰਦੇ ਸੀ ਕਿ 4.5 ਸਾਲ ਕਾਂਗਰਸ ਦੀ ਸਰਕਾਰ ਨੇ ਕੁਝ ਨਹੀਂ ਕੀਤਾ, ਲੋਕਾਂ ਦੇ ਸਵਾਲ ਨੇ। ਪਰ ਹੁਣ ਜਦੋਂ 6 ਮਹੀਨੇ ਦਾ ਸਮਾਂ ਰਹਿ ਗਿਆ ਜਾਂ 5 ਮਹੀਨੇ ਦਾ ਸਮਾਂ ਰਹਿ ਗਿਆ ਤੇ ਆਪਸ ਦੇ ਵਿੱਚ ਕੁਰਸੀ ਦੀ ਲੜਾਈ, ਪੱਲਾ ਭਾਰੀ ਕਰਨ ਦੀ ਲੜਾਈ, ਨਵਜੋਤ ਸਿੰਘ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਸ਼ੁਰੂ ਹੋ ਗਈ। ਮੈਂ ਉਧਰਲੇ ਪਾਸੇ ਜਾਣ ਲਈ ਕੋਸ਼ਿਸ਼ ਕਰ ਰਿਹਾ। ਤੁਸੀਂ ਜਿੱਧਰਲੇ ਪਾਸੇ ਨੂੰ ਇਹਨੂੰ ਮਰਜ਼ੀ ਲੈ ਜਾਓ, ਕਾਂਗਰਸ ਸਰਕਾਰ ਨੇ ਬਹੁਤ ਕੰਮ ਕੀਤੇ ਵੀ ਆ। 1500 ਰੁਪਈਆ ਪੈਨਸ਼ਨ ਹੋਈ ਆ, ਮੈਨੂੰ ਤੁਸੀਂ ਦੱਸ ਦਿਓ 15 ਸਮੂਥਲੀ ਜਿਹੜੀਆਂ ਸਾਰੀਆਂ ਫਸਲਾਂ ਚੱਕ ਹੋਈਆਂ, ਮੈਨੂੰ ਦੱਸ ਦਿਓ। 5000 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ। ਪਰ ਹੋਇਆ ਕਦੋਂ? ਅਖੀਰਲੇ ਸਮੇਂ 'ਚ ਹੋਇਆ ਨਾ? ਨਹੀਂ, ਕਿਸਾਨਾਂ ਦਾ ਤਾਂ ਪਹਿਲਾਂ ਹੀ ਹੋ ਗਿਆ। ਹੁਣ ਕੱਲ ਅਸੀਂ ਲੈਂਡਲੈਸ ਜਿਹੜੇ ਕਿਸਾਨ ਹੈਗੇ ਆ, ਮਜ਼ਦੂਰ, ਖੇਤ ਮਜ਼ਦੂਰ ਹੈਗੇ ਆ, ਉਹਨਾਂ ਦਾ ਤਾਂ ਮੇਰੇ ਹਲਕੇ ਨੂੰ ਵੀ 6.25 ਕਰੋੜ ਦਾ ਮਾਫੀ ਆਈ ਆ। ਆਪਾਂ ਇਹ ਨਾ ਕਰੀਏ ਵੀ ਹਾਂ ਬਈ ਇਹ ਠੀਕ ਆ, ਡਿਫਰੈਂਸ ਆਫ ਓਪੀਨੀਅਨ ਹੈਗੀ ਆ, ਨਾ ਕੋਈ ਕਾਂਗਰਸ ਦੇ ਵਿੱਚ ਗਰੁੱਪ ਹੈ, ਨਾ ਕੋਈ ਇਦਾਂ ਦੀ ਗੁੱਟਬੰਦੀ ਆ। ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਡੈਮੋਕ੍ਰੇਸੀ ਲਈ ਬਹੁਤ ਹੈਲਦੀ ਆ। ਗਰੁੱਪਿਜ਼ਮ ਕੋਈ ਨਹੀਂ ਹੈ ਕਾਂਗਰਸ 'ਚ? ਬਿਲਕੁਲ ਗਰੁੱਪਿਜ਼ਮ, ਮੈਂ ਤਾਂ ਕਦੀ ਗਰੁੱਪ ਕਦੀ ਵੀ ਬਣਾਉਂਦਾ ਹੀ ਨਹੀਂ ਹੈ। ਮੈਂ ਤਾਂ ਕਹਿੰਦਾ ਡਿਫਰੈਂਸ ਆਫ ਓਪੀਨੀਅਨ ਹੁੰਦੀ ਆ, ਆਪਾਂ ਕਿਤੇ ਵੀ ਘਰ ਦੇ ਵਿੱਚ ਵੀ ਡਿਸਕਸ਼ਨ ਕਰਦੇ ਆ। ਇਹ ਇੱਕ ਨਵੀਂ ਅਸੀਂ ਪਿਰਤ ਪਾਈ ਆ ਤਾਂ ਕਿ ਪੋਲੀਟੀਕਲ ਪਾਰਟੀਆਂ ਆਪਣੇ ਇੰਟਰਨਲੀ ਡਿਸਕਸ਼ਨ ਤਾਂ ਕਰਨ। ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਕੋਈ ਵੀ ਬੰਦਾ ਜਿਹੜਾ ਆ ਉਹ ਕਿਸੇ ਦੀ ਕੋਈ ਐਕਸਪਰਟੀ ਹੁੰਦੀ, ਕਿਸੇ ਦੀ ਕੋਈ ਐਕਸਪਰਟੀ ਹੁੰਦੀ ਆ। ਸੋ ਸਾਰਿਆਂ ਤੋਂ ਇਨਫੋਰਮੇਸ਼ਨ ਲੈ ਕੇ ਉਹਦਾ ਨਿਚੋੜ ਕੱਢ ਕੇ ਤਾਂ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੋਣੀ ਚਾਹੀਦੀ ਆ, ਉਹਨੂੰ ਡੈਮੋਕ੍ਰੇਸੀ ਕਹਿੰਦੇ। ਪਰ ਸਵਾਲ ਤਾਂ ਸੀ ਨਾ, ਕਿਉਂ ਹਾਈ ਕਮਾਂਡ ਨੂੰ 18 ਨੁਕਾਤੀ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਨੂੰ ਦੇਣੇ ਪਏ? ਇਹ तमाम ਮੁੱਦੇ ਤਾਂ ਸੀਗੇ। ਕੁਝ ਇੰਪਲੀਮੈਂਟੇਸ਼ਨ ਨਹੀਂ ਹੋਈਆਂ। ਮੈਂ ਕਦੋਂ ਕਹਿੰਦਾ ਨਹੀਂ ਹੋਈਆਂ। ਸਾਡਾ ਪਾਵਰ ਪਰਚੇਜ਼ ਐਗਰੀਮੈਂਟ ਆ, ਉਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਡਰੱਗਸ ਕੇਸ ਜਿਹੜੇ ਹੈਗੇ ਆ ਉਹ ਹਜੇ ਵੀ ਹਾਈ ਕੋਰਟ ਦੇ ਵਿੱਚ ਬੰਦ ਲਿਫਾਫੇ 'ਚ ਹੈਗੇ ਆ। ਇਹ ਤਾਂ ਮੈਂ ਖੁਦ ਹੀ ਕਹਿਣਾ ਹੈਗਾ। ਇਹ ਬੇਸਿਕਲੀ, ਪਰ ਇਹਨੂੰ ਇੱਦਾਂ ਨਾ, ਇਸ ਪਾਸੇ ਨੂੰ ਨਾ ਛੋਟੇ ਵੀਰ ਤੋਰਿਆ ਕਰੋ ਕਿ ਹਾਂ ਵੀ ਇਹ ਬੜੀ ਜੀ ਕਾਟੋ ਕਲੇਸ਼ ਆ, ਇਹਨਾਂ 'ਚ ਇੱਦਾਂ ਆ, ਇਹਨਾਂ 'ਚ ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਹੈਲਦੀ ਡੈਮੋਕ੍ਰੇਸੀ ਲਈ ਆਪਾਂ ਜੇ ਦੁਨੀਆ ਦੇ ਦੂਸਰੇ ਦੇਸ਼ਾਂ ਨੂੰ ਦੇਖ ਲਈਏ, ਉੱਥੇ ਡਿਸਕਸ਼ਨ ਹੁੰਦੀ ਆ ਬਹੁਤ। ਸਾਡੇ ਡਿਸਕਸ਼ਨ ਹੋਣੋਂ ਹਟ ਗਈ। ਅਸੀਂ ਤਾਂ ਕਹਿੰਦੇ ਡਿਸਕਸ਼ਨ ਹੋਵੇ ਤੇ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ, ਲੋਕਾਂ ਦੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ, ਜਿਹੜਾ ਹਜੇ ਤੱਕ ਤਾਂ ਨਹੀਂ ਹੋ ਰਿਹਾ। ਲੋਕ ਆਸ ਜ਼ਰੂਰ ਕਰ ਰਹੇ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਹੋਣਾ ਸ਼ੁਰੂ ਹੋਵੇ। ਆਸ ਤੇ ਜ਼ਿੰਦਗੀ ਜੀ ਜਾਂਦੀ ਆ, ਕਿਉਂਕਿ ਜੇ ਆਸ ਨਹੀਂ ਤਾਂ ਫਿਰ ਜ਼ਿੰਦਗੀ ਵੀ ਗਾਂਹ ਕਿੱਦਾਂ ਤੁਰੂਗੀ। ਆਪਾਂ ਪੋਜ਼ਿਟਿਵ ਹੋ ਕੇ ਹੀ ਗਾਂਹ ਤੁਰ ਸਕਦੇ ਹਾਂ। ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਇਸ ਨੇ ਕਾਂਗਰਸ ਦੇ ਜਨਰਲ ਸਕੱਤਰ ਨੇ ਪ੍ਰਗਟ ਸਿੰਘ। ਅੱਜ ਸੁਰਜੀਤ ਸਿੰਘ ਧਮਾਨ ਦਾ ਵੱਡਾ ਬਿਆਨ ਆ ਜਾਂਦਾ ਹੈ। ਸੁਰਜੀਤ ਸਿੰਘ ਧਮਾਨ ਕਹਿੰਦੇ ਨੇ ਜਾਂ ਤਾਂ
ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋਣ ਜਾਂ ਫਿਰ ਜੇਕਰ ਕੈਪਟਨ ਅਮਰਿੰਦਰ ਸਿੰਘ 2022 ਦੇ ਵਿੱਚ ਚਿਹਰਾ ਹੋਣਗੇ ਤਾਂ ਮੈਂ ਚੋਣ ਨਹੀਂ ਲੜਨੀ। ਕਿਤਨਾ ਕਿਤੇ ਖਾਨਾ ਜੰਗੀ ਹਜੇ ਵੀ ਬਰਕਰਾਰ ਹੈ। ਇਹੀ ਸਵਾਲਾਂ ਦੇ ਜਵਾਬ ਲੈਣ ਦੇ ਲਈ ਪ੍ਰਗਟ ਸਿੰਘ ਤੱਕ ਪਹੁੰਚ ਕੀਤੀ ਸੀ। ਕਿੰਨੇ ਕੁ ਜਵਾਬ ਇਸ ਦੇ ਉੱਪਰ ਦਿੱਤੇ ਨੇ ਇਹ ਤੁਸੀਂ ਆਪ ਦੇਖ ਸਕਦੇ ਹੋ। ਪਰ ਲਗਾਤਾਰ ਰਾਜਨੀਤੀ ਜਿਹੜੀ ਹੈ ਗਰਮਾਈ ਹੋਈ ਹੈ। ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਤੇਜ਼ ਹੈ। ਇੱਕ ਪਾਸੇ ਤਾਂ ਧਰਨਿਆਂ ਦਾ ਦੌਰ ਹੈ ਔਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਘਮਾਸਾਨ ਮਚਿਆ ਹੋਇਆ ਹੈ। ਔਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਮੀਟਿੰਗ ਕਰਕੇ ਕਿਹਾ ਜਾਂਦਾ ਹੈ ਕਿ ਦਸਤਾਵੇਜ਼ ਜੋ ਚੋਣ ਮੈਨੀਫੈਸਟੋ ਨੂੰ ਦਸਤਾਵੇਜ਼ ਕਾਨੂੰਨੀ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ। ਉਸ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਹੋਵੇਗਾ। ਪਾਰਟੀਆਂ ਇਸ ਤੇ ਵਿਚਾਰ ਵਟਾਂਦਰਾ ਕਰਨਗੀਆਂ ਜਾਂ ਕੋਈ ਬਿੱਲ ਇਦਾਂ ਦਾ ਲੈ ਕੇ ਆਇਆ ਜਾ ਸਕਦਾ ਹੈ ਕਿ ਜਿਹਦੇ ਉੱਪਰ ਇਹ ਕਿਹਾ ਜਾ ਸਕੇ ਕਿ ਜੋ ਵਾਅਦੇ ਕੀਤੇ ਜਾਣਗੇ ਜੇਕਰ ਕੋਈ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਏਗਾ। ਕੈਮਰਾ ਪਰਸਨ ਦਵਿੰਦਰ ਦੇ ਨਾਲ ਅਮਨ ਚੰਦ, ਦੈਨਿਕ ਸਵੇਰਾ ਟੀਵੀ, ਜਲੰਧਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो। जिवें चाहोगे उवें होएगा। इट्स माई प्रॉमिस। इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% ਦੀ गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार 'ਚ परेशानी, घर 'ਚ ਝਗੜਾ, कोर्ट केस, तलाक, प्रॉपर्टी ਝਗੜਾ, पति पत्नी 'ਚ अनबन, जादू टोना, मनमोहनी वशीकरण करवाओ ਜਾਂ तुड़वाओ, रुस्से ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।